Question number 8, exercise 4.3, 9th class math. In a country USA and Canada, temperature is measured in Fahrenheit, where in India it is measured in Celsius. ਇੱਥੇ ਤਾਂ ਆਪਾਂ ਸੈਲਸੀਅਸ ਟੈਂਪਰੇਚਰ ਮੈਜ਼ਰ ਕਰਦੇ ਹਾਂ, ਕੈਨੇਡਾ ਦੇ ਅਮਰੀਕਾ ਦੇ ਵਿੱਚ ਫਾਰਨਹਾਈਟ ਦੇ ਵਿੱਚ। ਤੇ ਆ ਲੀਨੀਅਰ ਇਕੁਏਸ਼ਨ ਸਾਨੂੰ ਦਿੱਤੀ ਹੋਈ ਹੈ ਜਿਹੜੀ ਸੈਲਸੀਅਸ ਨੂੰ ਫਾਰਨਹਾਈਟ ਦੇ ਵਿੱਚ ਕਨਵਰਟ ਕਰਦੀ ਤੇ ਸੈਲਸੀਅਸ ਦਾ ਤਾਪਮਾਨ ਪਾ ਦਿਆਂਗੇ ਤੇ ਫਾਰਨਹਾਈਟ ਦਾ ਬਣ ਜਾਂਦਾ 9/5C + 32। ਇਹ ਕਹਿੰਦਾ ਵੀ ਪਹਿਲਾਂ ਇਹਦਾ ਗ੍ਰਾਫ ਬਣਾਓ। ਲਓ ਪਹਿਲਾ ਕੰਮ ਕਰੀਏ, ਗ੍ਰਾਫ ਬਣਾ ਲਈਏ ਫਾਰਨਹਾਈਟ ਤੇ ਸੈਲਸੀਅਸ ਦੇ ਵਿੱਚ। ਲਓ ਗ੍ਰਾਫ ਬਣਾਉਣ ਤੋਂ ਪਹਿਲਾਂ ਸਭ ਤੋਂ ਵੈਲਿਊ ਕੱਢਣੀਆਂ ਪੈਣੀਆਂ। ਲਓ C ਦੀ ਵੈਲਿਊ 0 ਪੁੱਟ ਕਰੋਗੇ ਤਾਂ ਵੈਲਿਊ 0 ਬਣ ਗਈ ਤੇ F ਦੀ ਵੈਲਿਊ ਆ ਗਈ 32। ਫਿਰ C ਦੀ ਵੈਲਿਊ 5 ਪੁੱਟ ਕਰ ਲਓ, 5 × 45 ਤੇ 5 ਨਾਲ 5 ਕੱਟਿਆ ਗਿਆ। C ਦੀ ਵੈਲਿਊ ਪੁੱਟ ਕੀਤੀ ਤੁਸੀਂ 9, 32 ਤੇ 9 41 ਬਣ ਗਿਆ। ਫਿਰ C ਦੀ ਵੈਲਿਊ -5 ਪੁੱਟ ਕਰ ਦਿਓ। ਹੁਣ -9 + 32 ਆ ਗਿਆ F = 23। ਲਓ ਇਹ ਟੇਬਲ ਦੇ ਵਿੱਚ ਲਿਖ ਲਓ। ਹੁਣ ਇਹਦਾ ਆਪਾਂ ਬਣਾਵਾਂਗੇ ਗ੍ਰਾਫ। ਲਓ ਬੱਚੇ ਜ਼ਰਾ ਧਿਆਨ ਨਾਲ ਦੇਖੋ। ਲਓ ਪਹਿਲਾਂ 10, 20, 30, 40, 50 ਇੱਦਾਂ ਪੁਆਇੰਟ ਲਗਾ ਲਓ। ਇੱਧਰ -10 X O X डैश ਚਾਰੇ ਕੁਆਡਰੈਂਟ ਬਣ ਗਏ। ਥੋੜ੍ਹਾ ਗ੍ਰਾਫ ਖੁੱਲ੍ਹਾ ਬਣਾਓ ਪੂਰੇ ਪੇਜ ਦੇ ਉੱਪਰ ਤਾਂ ਕਿ ਆਪਾਂ ਵੈਲਿਊਜ਼ ਵੀ ਕੈਲਕੂਲੇਟ ਕਰਨੀ ਆ ਗ੍ਰਾਫ ਦੇ ਵਿੱਚੋਂ। ਆਹ ਇਕੁਏਸ਼ਨ ਆ ਮੇਰੇ ਕੋਲ 9/5C + 32। ਲਓ ਪਹਿਲੀ ਵੈਲਿਊ 0 ਆ। ਹੁਣ ਇੱਧਰ ਮੈਂ ਰੱਖ ਲਿਆ ਸੈਲਸੀਅਸ ਨੂੰ, ਆ ਮੈਂ ਲਿਖ ਦਿੱਤਾ ਸੈਲਸੀਅਸ। ਇੱਧਰ ਰੱਖ ਲਓ ਫਾਰਨਹਾਈਟ ਨੂੰ, ਆ ਲਿਖਤਾ ਫਾਰਨਹਾਈਟ ਡਿਗਰੀ ਫਾਰਨਹਾਈਟ। ਠੀਕ ਹੈ। ਲਓ ਹੁਣ ਦੇਖੀਏ ਕਿਸ ਤਰ੍ਹਾਂ। ਸੈਲਸੀਅਸ 0 ਆ ਅਤੇ ਵੈਲਿਊ ਕਿੰਨੀ 32। C ਦੀ ਵੈਲਿਊ 0 ਆ 0 ਅਤੇ F ਦੀ ਵੈਲਿਊ 32 ਆ ਪੁਆਇੰਟ ਆ ਗਿਆ। ਐਨ ਐਕੂਰੇਟ ਲਗਾਇਓ। ਲਓ 30 ਤੋਂ ਬਾਅਦ 2 ਪੁਆਇੰਟ ਅੱਗੇ ਜਾਣਾ 31 ਅਤੇ 32 ਧਿਆਨ ਰੱਖਣਾ। ਆ ਲਓ 0 ਅਤੇ 32। ਦੂਜਾ ਪੁਆਇੰਟ 5 ਅਤੇ 41 ਹੈ। ਹੁਣ ਇਹਦੇ ਵਿੱਚ ਸੈਲਸੀਅਸ ਹੈਗਾ ਮੇਰੇ ਕੋਲ 5। ਲਓ ਦੇਖੋ ਕਿੱਥੇ ਵੈਲਿਊ ਆ 5 ਵੈਲਿਊ 'ਤੇ ਲਗਾਉਣਾ। ਇਹ 5 ਆਣਾ ਇੱਥੇ, ਆਹ ਪੁਆਇੰਟ ਇੱਥੇ, ਇੱਥੋਂ 5 ਚੱਲੇਗਾ ਉੱਪਰ ਅਤੇ ਇੱਥੇ ਆਏਗਾ ਕਿਤੇ 5 ਅਤੇ 41, 40 ਅਤੇ 1 41। ਆਹ ਪੁਆਇੰਟ ਇੱਥੇ ਬਣਨਾ। 40 ਇੱਥੇ ਨਾ ਇੱਕ ਪੁਆਇੰਟ ਉੱਪਰ ਚੱਲ ਜਾਓ, ਆਹ ਪੁਆਇੰਟ ਆ ਗਿਆ 41। ਇਹ ਲਗਾ ਕੇ ਫਿਰ ਤੀਜਾ ਪੁਆਇੰਟ -5 ਅਤੇ 23। ਹੁਣ ਹੈਗੀ ਹੈ ਸੈਲਸੀਅਸ ਦੀ ਵੈਲਿਊ -5। -5 ਤਾਂ ਇੱਧਰ ਹੈ, -5 ਇੱਥੇ ਕਾ। ਜਰਾ ਧਿਆਨ ਨਾਲ ਦੇਖੋ। ਆ -5 ਅਤੇ 23, 20 ਇੱਥੇ ਹੋ ਗਿਆ, 21, 22, 23 ਆਹ ਪੁਆਇੰਟ ਆ ਗਿਆ। ਇਹ ਆਹ ਪੁਆਇੰਟ ਆ ਜਾਣਾ। ਲਓ ਇਹਨੂੰ ਤਿੰਨਾਂ ਪੁਆਇੰਟਾਂ ਨੂੰ ਆਪਸ ਦੇ ਵਿੱਚ ਮਿਲਾ ਦਿਓ ਤਾਂ ਆ P Q ਅਤੇ ਇਹਨੂੰ R ਰੱਖ ਲੈਂਦੇ ਹਾਂ। ਲਓ ਆਹ ਪੁਆਇੰਟ ਨੂੰ R ਰੱਖ ਲਓ ਕਿਉਂਕਿ ਆਪਾਂ Q ਪਹਿਲਾਂ ਹੀ ਰੱਖਿਆ ਹੋਇਆ ਨਾ। P Q ਅਤੇ R ਤਿੰਨਾਂ ਨੂੰ ਮਿਲਾ ਦਿਓ, ਆਹ ਲਾਈਨ ਆ ਜਾਣੀ। ਹੁਣ ਇੱਥੋਂ ਆਪਾਂ ਵੈਲਿਊਜ਼ ਕੱਢਣੀ ਹੈ। ਕਿਸ ਤਰ੍ਹਾਂ ਕੱਢਾਂਗੇ? ਲਓ ਦੇਖੀਏ ਪਹਿਲਾਂ ਕੀ ਕੁਐਸਚਨ ਆ। ਇਫ ਦਾ ਟੈਂਪਰੇਚਰ ਇਜ਼ 30 ਡਿਗਰੀ ਸੈਲਸੀਅਸ ਵਾਟ ਇਜ਼ ਦਾ ਟੈਂਪਰੇਚਰ ਇਨ ਫਾਰਨਹਾਈਟ। 30 ਡਿਗਰੀ ਸੈਲਸੀਅਸ ਤੋਂ ਫਾਰਨਹਾਈਟ ਦਾ ਟੈਂਪਰੇਚਰ ਕੈਲਕੂਲੇਟ ਕਰਨਾ। ਲਓ ਦੇਖੋ 30 ਡਿਗਰੀ ਕਿੱਥੇ ਹੁੰਦਾ। ਆਹ 30 ਡਿਗਰੀ ਹੈ ਅਤੇ ਫਾਰਨਹਾਈਟ ਦੇਖੋ ਕਿੰਨਾ ਬਣਨਾ। ਆਹ 30 ਡਿਗਰੀ ਸੈਲਸੀਅਸ ਹੈ। ਸੈਲਸੀਅਸ ਤੋਂ ਆਪਾਂ ਫਾਰਨਹਾਈਟ ਜਦੋਂ ਬਣਾਵਾਂਗੇ ਇਹ ਕਰੀਬ ਲਗਭਗ ਇੱਥੇ 86 'ਤੇ ਆ ਗਿਆ। ਜੇ ਬਿਲਕੁਲ ਐਕੂਰੇਟ ਗ੍ਰਾਫ ਬਣੇਗਾ ਤਾਂ ਬਣ ਜਾਣਾ 86 ਡਿਗਰੀ। ਇੱਥੇ ਪੁਆਇੰਟ ਆ ਗਏ ਨਾ, ਇੱਥੋਂ ਤੁਸੀਂ ਚੱਲ ਪੈਣਾ। ਇੱਥੋਂ ਲਾਈਨ ਇਹਦੇ ਪਰਪੈਂਡੀਕੂਲਰਲੀ ਲੈ ਜਾਣੀ ਹੈ। ਫਿਰ ਇਹਦੇ ਐਕਸ ਐਕਸਿਸ ਦੇ ਪੈਰਲਲ ਆ ਜਾਣਾ ਇੱਧਰ। ਤਾਂ ਕਿੰਨੀ ਵੈਲਿਊ ਆ ਜਾਣੀ 86 ਡਿਗਰੀ ਫਾਰਨਹਾਈਟ। ਹੁਣ ਅਗਲਾ ਉਹਨੇ ਕੁਐਸਚਨ ਇਫ ਦਾ ਟੈਂਪਰੇਚਰ ਇਜ਼ 95 ਡਿਗਰੀ ਫਾਰਨਹਾਈਟ। ਇਹ ਜਿਹੜਾ ਥਰਡ ਪਾਰਟ ਆ ਤੁਹਾਡਾ ਟੈਂਪਰੇਚਰ ਇਨ ਸੈਲਸੀਅਸ ਕੱਢਣਾ। ਹੁਣ 95 ਡਿਗਰੀ ਫਾਰਨਹਾਈਟ ਹੈ। ਹੁਣ 95 ਡਿਗਰੀ ਫਾਰਨਹਾਈਟ ਤੋਂ ਸੈਲਸੀਅਸ ਨੂੰ ਆਉਣਾ। ਆਹ ਫਾਰਨਹਾਈਟ ਹੈ ਨਾ, ਆਹ 95 ਡਿਗਰੀ ਇੱਥੇ ਹੈ। 95 ਡਿਗਰੀ ਤੋਂ ਇੱਧਰੋਂ ਇਹਦੇ ਪੈਰਲਲ ਚੱਲੋ ਐਕਸ ਐਕਸਿਸ ਦੇ। ਇੱਥੇ ਪੈਰਲਲ ਆ ਗਿਆ ਜਿੱਥੇ ਲਾਈਨ ਨੂੰ ਇਹਨੇ ਮਿਲਣਾ ਉਦੋਂ ਫਿਰ ਪਰਪੈਂਡੀਕੂਲਰਲੀ ਨੀਚੇ ਆ ਜਾਓ ਤਾਂ ਕਿੰਨਾ ਆ ਜਾਏਗਾ ਇੱਥੇ 35 ਡਿਗਰੀ ਸੈਲਸੀਅਸ। ਇਹਦਾ ਡਾਟਰਲੀ ਤੁਸੀਂ ਚੈੱਕ ਕਰ ਸਕਦੇ ਹੋ। ਅੱਗੇ ਤੇ ਚੌਥਾ ਪਾਰਟ ਉਹਨੇ ਪੁੱਛਿਆ ਇਫ ਦਾ ਟੈਂਪਰੇਚਰ ਇਜ਼ 0 ਡਿਗਰੀ। ਫਿਰ ਟੈਂਪਰੇਚਰ ਇਨ ਫਾਰਨਹਾਈਟ ਕਿੰਨਾ ਹੈ। ਜੇ ਟੈਂਪਰੇਚਰ 0 ਡਿਗਰੀ ਸੈਲਸੀਅਸ ਹੈ ਅਤੇ ਜੇ 0 ਡਿਗਰੀ ਸੈਲਸੀਅਸ ਹੈ ਅਤੇ ਫਾਰਨਹਾਈਟ ਦੇ ਵਿੱਚ ਉਹ ਕਿੰਨਾ ਬਣ ਜਾਣਾ 30, 31 ਅਤੇ 32 ਆ। ਦੇਖੋ ਆ 0 ਡਿਗਰੀ ਹੈ ਨਾ ਸੈਲਸੀਅਸ ਅਤੇ ਫਾਰਨਹਾਈਟ ਕਿੰਨਾ ਬਣ ਗਿਆ 32। ਇੱਥੋਂ ਸਿੱਧਾ ਪਰਪੈਂਡੀਕੂਲਰਲੀ ਉੱਪਰ ਚੱਲ ਜਾਓ ਇਸ ਵਾਈ ਐਕਸਿਸ ਵੱਲ ਨੂੰ। ਇਹ ਵਾਈ ਐਕਸਿਸ 'ਤੇ ਆਏਗਾ ਪੁਆਇੰਟ। ਹੁਣ ਅੱਗੇ ਵਾਰੀ ਆ ਗਈ। ਕਹਿੰਦਾ ਜੇ ਟੈਂਪਰੇਚਰ 0 ਡਿਗਰੀ ਫਾਰਨਹਾਈਟ ਹੈ
ਹੁਣ ਇਹਨੇ 0 ਡਿਗਰੀ ਫਾਰਨਹਾਈਟ ਤੇ ਸੈਲਸੀਅਸ ਦੇ ਵਿੱਚ ਕਿੰਨਾ ਟੈਂਪਰੇਚਰ ਹੋਏਗਾ। ਲੋ ਟੈਂਪਰੇਚਰ 0 ਡਿਗਰੀ ਫਾਰਨਹਾਈਟ ਹੈ ਤੇ ਸੈਲਸੀਅਸ ਦੇ ਵਿੱਚ ਦੇਖੋ ਕਿੰਨਾ ਟੈਂਪਰੇਚਰ ਆ। ਲੋ ਹੁਣੇ ਚੈੱਕ ਕਰਦੇ ਹਾਂ। ਉਹ ਬੱਚੇ ਜਰਾ ਧਿਆਨ ਨਾਲ ਦੇਖੋ, ਜਦੋਂ 0 ਡਿਗਰੀ ਫਾਰਨਹਾਈਟ ਆ ਇਹਦਾ ਮਤਲਬ ਵਾਈ ਐਕਸਿਸ 0 ਬਣ ਗਿਆ ਤਾਂ ਸੈਲਸੀਅਸ ਕਿੰਨਾ ਹੋਏਗਾ ਉਦੋਂ। ਜਿੱਥੇ ਆ ਕੱਟਦੀ ਹੈ ਲਾਈਨ, ਆ ਕਿੰਨਾ ਆ ਗਿਆ ਦੇਖੋ, ਇਹਦੇ ਕਰੀਬ ਵੈਲਿਊ ਆਣੀ ਆ 17.7। 10 ਅੱਗੇ 7 ਖਾਨੇ ਹੋਰ ਅੱਗੇ ਆ ਤਾਂ ਥੋੜ੍ਹਾ ਜਿਹਾ ਅੱਗੇ ਆਏਗਾ 17-18 ਦੇ ਵਿੱਚ ਇਹਦੀ ਵੈਲਿਊ ਆਏਗੀ ਅਤੇ ਹੁਣ ਮਾਈਨਸ ਆਏਗੀ -17.7। ਤੁਸੀਂ ਇਹਦਾ ਆਨਸਰ ਲਿਖ ਸਕਦੇ ਹੋ। ਕਿੰਨਾ ਲਿਖ ਸਕਦੇ ਹੋ ਇੱਥੇ -17.7। ਇਹ ਤਾਂ ਵੈਸੇ ਵੈਲਿਊ, ਜੇ ਤੁਸੀਂ ਥਿਓਰੈਟੀਕਲ ਵੈਲਿਊ ਕੱਢਦੇ ਹੋ ਤਾਂ ਫਿਰ ਇੰਨੀ ਇੱਦਾਂ ਵੀ ਲਿਖ ਸਕਦੇ ਹੋ। ਜੇ ਤੁਸੀਂ ਫਾਰਮੂਲੇ ਨਾਲ ਵੈਲਿਊ ਕੱਢਿਓ ਤਾਂ ਫਿਰ ਤਾਂ ਆ ਆਏਗੀ, ਅਤੇ ਜੇ ਤੁਸੀਂ ਉੱਦਾਂ ਗ੍ਰਾਫ ਤੋਂ ਕੱਢ ਸਕਦੇ ਹੋ ਤਾਂ ਫਿਰ ਇੱਦਾਂ ਲਿਖਣੀ -17.7। ਫਿਰ ਅਪਰੋਕਸੀਮੇਟਲੀ ਥੋੜ੍ਹੀ ਆ ਜਾਣੀ ਹੈ, ਕਿਉਂਕਿ ਗ੍ਰਾਫ ਇੰਨਾ ਦੂਰ ਨਹੀਂ ਨਾ ਜਾਂਦਾ। ਨਾਲ ਲਿਖ ਦਿਓ ਬ੍ਰੈਕਟ ਦੇ ਵਿੱਚ ਅਪਰੋਕਸੀਮੇਟ। ਠੀਕ ਹੈ ਨਾ, ਐਕੂਰੇਟ ਇੱਥੇ ਨਹੀਂ ਨਿਕਲਣੀ, ਕਿਉਂਕਿ ਆਪਣਾ ਗ੍ਰਾਫ ਸਿਰਫ ਖਾਨੇ ਇਸ ਤੋਂ ਆਪਾਂ 17 ਪੁਆਇੰਟ, ਜਿਸ ਤਰ੍ਹਾਂ ਦੇਖੋ 17.1 ਤੱਕ ਤਾਂ ਆਪਾਂ ਵੈਲਿਊ ਕੱਢ ਸਕਦੇ ਹਾਂ। ਜੇ 17.13 ਆ ਜਾਏ 2 ਡੈਸੀਮਲ ਤੱਕ ਇਹਦੀ ਵੈਲਿਊ ਕੱਢਣੀ ਮੁਸ਼ਕਿਲ ਹੋ ਜਾਂਦੀ ਹੈ, ਕਿਉਂਕਿ ਗ੍ਰਾਫ 2 ਡੈਸੀਮਲ ਤੱਕ ਨਹੀਂ ਜਾਂਦਾ। ਇੰਨਾ ਧਿਆਨ ਰੱਖਣਾ, ਇਹ ਫਿਰ ਅਪਰੋਕਸੀਮੇਟ ਵੈਲਿਊ ਆ ਜਾਏਗੀ। ਲੋ ਅਗਲਾ ਨੈਕਸਟ, ਲੋ ਇਹ ਤੁਸੀਂ ਲਿਖਤੀ -17.7, ਜਾਂ ਜੇ ਤੁਸੀਂ -17.5, 2, 1, 3 ਜਾਂ ਇੰਨੀ ਲਿਖ ਸਕਦੇ, ਬਰੈਕਟ 'ਚ ਪਾ ਦੇਣਾ ਅਪਰੋਕਸੀਮੇਟ। ਅੱਗੇ ਪੰਜਵਾਂ ਕਹਿੰਦਾ ਕੋਈ ਇੱਦਾਂ ਕਿਹੜੀ ਵੈਲਿਊ ਹੈ ਜਿਹਦੇ ਵਿੱਚ ਫਾਰਨਹਾਈਟ ਤੇ ਸੈਲਸੀਅਸ ਦੀਆਂ ਵੈਲਿਊ ਦੋਨੋਂ ਗ੍ਰਾਫ ਦੇ ਵਿੱਚ ਬਰਾਬਰ ਆ ਜਾਂਦੀਆਂ। ਦੇਖੋ ਇੱਥੇ ਨੀਚੇ ਇੱਧਰ ਸੈਲਸੀਅਸ ਹੈ -40 ਹੈ ਅਤੇ ਫਾਰਨਹਾਈਟ -40 ਹੈ। ਆਹ ਪੁਆਇੰਟ ਹੈਗਾ ਜਿੱਥੇ ਦੋਨੋਂ ਵੈਲਿਊਜ਼ ਬਰਾਬਰ ਆ ਜਾਂਦੀਆਂ ਨੇ, ਇਹ ਸੈਲਸੀਅਸ ਦੀ ਵੀ ਫਾਰਨਹਾਈਟ ਦੀ ਵੀ। ਇਹਦਾ ਮਤਲਬ ਪੋਸੀਬਲ ਹੈ। ਯੈਸ ਟੈਂਪਰੇਚਰ ਇਜ਼ ਨੂਮੈਰੀਕਲੀ ਸੇਮ ਇਨ ਬੋਥ ਫਾਰਨਹਾਈਟ ਐਂਡ ਸੈਲਸੀਅਸ ਐਟ -40, 40।